ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੀਐਸਟੈਟ 2023 ਦੇ ਜਿਹੜਾ ਇੰਪੋਰਟੈਂਟ ਸਬਜੈਕਟ ਹੈ CDP ਉਹਦੇ ਪ੍ਰੀਵੀਅਸ ਜਿਹੜੇ ਕੁਐਸਚਨਸ ਨੇ ਪ੍ਰੀਵੀਅਸ ਈਅਰ ਦੇ ਉਹਦਾ ਇੱਕ ਹੋਰ ਆਪਾਂ ਜਿਹੜਾ ਇਹ ਡਿਸਕਸ਼ਨ ਲੈ ਕੇ ਆਏ ਹਾਂ। ਠੀਕ ਹੈ, ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਕੁਐਸਚਨ ਸਟਾਰਟ ਕਰੀਏ, ਜੋ ਵੀ ਜਿਸ ਚੈਨਲ 'ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਔਰ ਪੀਐਸਟੈਟ ਰਿਗਾਰਡਿੰਗ ਕੋਈ ਵੀ ਅਪਡੇਟ ਹੋਵੇ ਉਹਦੀ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਆਓ ਆਪਾਂ ਹੁਣ ਸ਼ੁਰੂ ਕਰਦੇ ਹਾਂ ਇਸ ਵੀਡੀਓ ਦੀ ਸ਼ੁਰੂਆਤ। ਸੋ ਪਹਿਲਾ ਕੁਐਸਚਨ ਹੈ ਜੀ, ਅਕੋਰਡਿੰਗ ਟੂ ਦਾ ਡੈਸ਼ ਦਾ ਮੋਰ ਯੂ ਡੂ ਸਮਥਿੰਗ ਦਾ ਬੈਟਰ ਯੂ ਆਰ ਐਟ ਇਟ। ਕਿਸ ਅਨੁਸਾਰ ਜਿਤਨਾ ਤੁਸੀਂ ਕੁਝ ਵਧੇਰੇ ਕਰੋਗੇ ਉਤਨਾ ਤੁਸੀਂ ਬਿਹਤਰ ਹੋਵੋਗੇ। ਲਾਅ ਆਫ ਅਫੈਕਟ, ਲਾਅ ਆਫ ਐਕਸਰਸਾਈਜ਼, ਲਾਅ ਆਫ ਰੀਡੀਨੈਸ, ਲਾਅ ਆਫ ਕਨੈਕਸ਼ਨਿਜ਼ਮ। ਕਿ ਪ੍ਰਭਾਵ ਦਾ ਨੇਮ, ਠੀਕ ਹੈ ਜੀ, ਮੁਹਾਰਤ ਦਾ ਨੇਮ, ਤਿਆਰ ਹੋਣ ਦਾ ਨੇਮ, ਸੰਬੰਧਵਾਦ ਦਾ ਨੇਮ। ਸੋ ਜਿਹੜੇ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਬੀ, ਲਾਅ ਆਫ ਐਕਸਰਸਾਈਜ਼ ਜਾਂ ਮੁਹਾਰਤ ਦਾ ਨੇਮ। ਮਤਲਬ ਅਸੀਂ ਜਿੰਨੀ ਪ੍ਰੈਕਟਿਸ ਕਰਾਂਗੇ, ਜਿੰਨੀ ਐਕਸਰਸਾਈਜ਼ ਕਰਾਂਗੇ, ਉਨਾ ਹੀ ਅਸੀਂ ਕਿਸੇ ਕੰਮ 'ਚ ਹੋਰ ਬਿਹਤਰ ਹੋਵਾਂਗੇ। ਅਗਲਾ ਕੁਐਸਚਨ ਹੈ ਜਿਹਦਾ ਡੈਸ਼ ਸੇਜ਼ ਵੀ ਆਰ ਮੋਟੀਵੇਟਿਡ ਟੂ ਗੇਨ ਰਿਵਾਰਡ ਐਂਡ ਅਵੋਇਡ ਪਨਿਸ਼ਮੈਂਟਸ। ਕਿਸ ਅਨੁਸਾਰ ਅਸੀਂ ਇਨਾਮ ਪ੍ਰਾਪਤ ਕਰਨ ਅਤੇ ਸਜ਼ਾ ਤੋਂ ਬਚਣ ਲਈ ਪ੍ਰੇਰੇ ਜਾਂਦੇ ਹਾਂ। ਕਿ ਲਾਅ ਆਫ ਅਫੈਕਟ, ਲਾਅ ਆਫ ਐਕਸਰਸਾਈਜ਼, ਲਾਅ ਆਫ ਰੀਡੀਨੈਸ ਜਾਂ ਲਾਅ ਆਫ ਕਨੈਕਸ਼ਨਿਜ਼ਮ। ਠੀਕ ਹੈ ਜੀ, ਪ੍ਰਭਾਵ ਦੇ ਨੇਮ ਅਨੁਸਾਰ, ਵਰਤੋਂ ਦੇ ਨੇਮ ਅਨੁਸਾਰ, ਤਿਆਰ ਹੋਣ ਦੇ ਜਾਂ ਸੰਬੰਧਵਾਦ ਦੇ ਨੇਮ ਅਨੁਸਾਰ। ਸੋ ਦੇਖੋ ਜੀ, ਇਨਾਮ ਪ੍ਰਾਪਤ ਕਰਨ ਅਤੇ ਸਜ਼ਾ ਤੋਂ ਬਚਣ ਲਈ ਪ੍ਰੇਰੇ ਜਾਂਦੇ ਹਾਂ। ਠੀਕ ਹੈ ਜੀ, ਉਹਦਾ ਜਿਹੜਾ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਏ, ਲਾਅ ਆਫ ਅਫੈਕਟ। ਠੀਕ ਹੈ ਜੀ, ਸੋ ਮਤਲਬ ਅਸੀਂ ਇੱਕ ਵਾਰੀ ਗਲਤੀ ਕਰਦੇ ਹਾਂ, ਉਹਦਾ ਜਿਹੜਾ ਕੋਈ ਇਫੈਕਟ, ਉਹਦਾ ਪ੍ਰਭਾਵ ਪੈਂਦਾ, ਅਸੀਂ ਅਗਲੀ ਵਾਰੀ ਉਹਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਾਨੂੰ ਜਿਹੜੀ ਇਹ ਸਜ਼ਾ ਨਾ ਮਿਲ ਸਕੇ, ਅਸੀਂ ਇਨਾਮ ਵੱਲ ਜਿਹੜਾ ਵੱਧ ਸਕੀਏ, ਅਸੀਂ ਪ੍ਰਾਪਤੀ ਵੱਲ ਵੱਧ ਸਕੀਏ। ਠੀਕ ਹੈ ਜੀ, ਸੋ ਥਰਡ ਕੁਐਸਚਨ ਹੈ ਇਹਦਾ, ਸਟੱਡੀ ਆਫ ਦਾ ਫਿਜ਼ੀਕਲ, ਸੋਸ਼ਲ, ਮੈਂਟਲ ਐਸਪੈਕਟ ਆਫ ਏਜਿੰਗ ਇਜ਼। ਏਜ ਦਾ ਉਮਰ ਦੇ ਵਧਣ ਕਾਰਨ ਸਰੀਰਕ, ਸਮਾਜਿਕ ਅਤੇ ਮਾਨਸਿਕ ਪੱਖਾਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ। ਸੋ ਜੀ ਜਿਹੜਾ ਦਾ ਸਹੀ ਆਨਸਰ ਹੋ ਜੀ ਆਪਸ਼ਨ ਨੰਬਰ ਸੀ, ਜੈਰੈਂਟੋਲੋਜੀ। ਠੀਕ ਹੈ ਜੀ, ਸੋ ਅੱਗੇ ਚੱਲਦੇ ਹਾਂ। ਟੂ ਬ੍ਰੇਕ ਇਨਫੋਰਮੇਸ਼ਨ ਇਨਟੂ ਪਾਰਟਸ ਐਂਡ ਟੂ ਐਗਜ਼ਾਮਿਨ ਦਾ ਇਨਫੋਰਮੇਸ਼ਨ ਇਜ਼ ਕਾਲਡ। ਕਿ ਸੂਚਨਾ ਨੂੰ ਭਾਗਾਂ ਵਿੱਚ ਵੰਡ ਕੇ ਸੂਚਨਾ ਦੀ ਪਰਖ ਕਰਨ ਨੂੰ ਕੀ ਕਹਿੰਦੇ ਹਨ। ਇਹ ਐਨਾਲਾਈਜ਼ਿੰਗ ਕਹਿੰਦੇ ਨੇ ਜੀ, ਇਵੈਲੂਏਟਿੰਗ ਕਹਿੰਦੇ ਨੇ, ਓਰੀਜੀਨੇਟਿੰਗ ਕਹਿੰਦੇ ਜਾਂ ਸਿੰਥਸਾਈਜ਼ਿੰਗ ਕਹਿੰਦੇ ਨੇ। ਠੀਕ ਹੈ ਜੀ, ਸੋ ਦੇਖੋ ਇਵੈਲੂਏਟਿੰਗ ਤਾਂ ਨਹੀਂ ਹੋ ਸਕਦਾ, ਇਵੈਲੂਏਟ ਹੁੰਦਾ ਹੈ ਕਿ ਮੁਲਾਂਕਣ ਕਰਨਾ। ਠੀਕ ਹੈ ਜੀ, ਸੋ ਓਰੀਜੀਨੇਟਿੰਗ ਤਾਂ ਮੌਲਿਕਤਾ ਸਥਾਪਿਤ ਕਰਨਾ, ਸੋ ਇਹਦਾ ਵੀ ਕੋਈ ਲਿੰਕ ਨਹੀਂ ਹੈ। ਸਿੰਥਸਾਈਜ਼ਿਸ ਦਾ ਹੁੰਦਾ ਕਿ ਇਕੱਠਾ ਕਰਨਾ, ਮਤਲਬ ਜੋੜਨਾ, ਸੰਸਲੇਸ਼ਨ ਕਰਨਾ। ਸੋ ਇਹਦਾ ਸਹੀ ਆਨਸਰ ਹੈ ਜੀ ਐਨਾਲਾਈਜ਼ਿੰਗ, ਮਤਲਬ ਇਹ ਚੀਜ਼ਾਂ ਨੂੰ ਭਾਗਾਂ ਦੇ ਵਿੱਚ ਵੰਡ ਕੇ ਉਹਨਾਂ ਨੂੰ ਐਨਾਲਾਈਜ਼ ਕਰਨਾ, ਇਕੱਲੇ ਇਕੱਲੀ ਚੀਜ਼ ਨੂੰ ਐਨਾਲਾਈਜ਼ ਕਰਨਾ। ਫਿਫਥ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਰਿਲੇਟਿਡ ਟੂ ਪ੍ਰਿੰਸੀਪਲ ਆਫ ਗਰੋਥ ਐਂਡ ਡਿਵੈਲਪਮੈਂਟ। ਆਪਾਂ ਗਰੋਥ ਐਂਡ ਡਿਵੈਲਪਮੈਂਟ ਬਾਰੇ ਗੱਲ ਕੀਤੀ ਹੋਈ ਹੈ ਕਿ ਗਰੋਥ ਐਂਡ ਡਿਵੈਲਪਮੈਂਟ ਦੇ ਵਿੱਚ ਇਹਨਾਂ ਨੀਚੇ ਚਾਰੋਂ ਆਪਸ਼ਨਾਂ 'ਚੋਂ ਕੌਣ ਆਪਸ਼ਨ ਇੱਦਾਂ ਦੀ ਹੈ, ਕਿਹੜੀ ਇੱਦਾਂ ਦੀ ਹੈ ਜੋ ਰਿਲੇਟ ਨਹੀਂ ਕਰ ਪਾ ਰਹੀ। ਦੇਖੋ, ਪ੍ਰਿੰਸੀਪਲ ਆਫ ਕੰਟੀਨਿਊਟੀ ਇਹ ਬਿਲਕੁਲ ਸਹੀ ਹੈ। ਜਿਹੜੀ ਡਿਵੈਲਪਮੈਂਟ ਐਂਡ ਗਰੋਥ ਹੈ ਇਹਦੇ ਵਿੱਚ ਇੱਕ ਕੰਟੀਨਿਊਟੀ ਹੁੰਦੀ ਹੈ। ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ, ਪ੍ਰਿੰਸੀਪਲ ਆਫ ਕਲਾਸੀਫਿਕੇਸ਼ਨ ਜਾਂ ਪ੍ਰਿੰਸੀਪਲ ਆਫ ਇੰਡੀਵਿਜੂਅਲਿਟੀ। ਠੀਕ ਹੈ ਜੀ, ਦੇਖੋ ਇੰਡੀਵਿਜੂਅਲਿਟੀ ਵੀ ਹੁੰਦੀ ਹੈ, ਹਰੇਕ ਤਾਂ ਜਿਹੜੀ ਇੰਡੀਵਿਜੂਅਲ ਗਰੋਥ ਐਂਡ ਡਿਵੈਲਪਮੈਂਟ ਹੁੰਦੀ ਹੈ, ਕੋਈ ਘੱਟ ਹੁਸ਼ਿਆਰ ਹੁੰਦਾ ਹੈ, ਕੋਈ ਵੱਧ ਹੁਸ਼ਿਆਰ ਹੁੰਦਾ ਹੈ। ਠੀਕ ਹੈ ਜੀ, ਮਤਲਬ ਉਹ ਪਰਸਨਲੀ ਜਿਹੜਾ ਹੈ ਵਿਅਕਤੀਗਤ ਦਾ ਨਿਯਮ ਹੈ। ਠੀਕ ਹੈ ਜੀ, ਸੋ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਪ੍ਰਿੰਸੀਪਲ ਆਫ ਕਲਾਸੀਫਿਕੇਸ਼ਨ। ਗਰੋਥ ਐਂਡ ਡਿਵੈਲਪਮੈਂਟ ਕਲਾਸੀਫਿਕੇਸ਼ਨ ਦੀ ਕਿਤੇ ਵੀ ਵਰਗੀਕਰਨ ਦੀ ਗੱਲ ਜਿਹੜੀ ਉਹ ਕਿਤੇ ਵੀ ਨਹੀਂ ਕਰਦਾ ਜੀ। ਠੀਕ ਹੈ ਜੀ, ਸੋ ਅੱਗੇ ਚੱਲਦੇ ਹਾਂ। ਵਰਬਲ ਇੰਟੈਲੀਜੈਂਸ ਟੈਸਟ ਆਰ ਬੈਟਰ ਆਪਸ਼ਨ ਫॉर। ਵਰਬਲ ਮਤਲਬ ਮੌਖਿਕ ਬੁੱਧੀ, ਸ਼ਾਬਦਿਕ ਬੁੱਧੀ ਦੀ ਪਰਖ ਕਿਸ ਲਈ ਬਿਹਤਰ ਵਿਕਲਪ ਹੁੰਦੀ ਹੈ। ਲਿਟਰੇਟ ਪਰਸਨ, ਇਲਿਟਰੇਟ ਪਰਸਨ, ਸਮਾਲ ਚਿਲਡਰਨ ਜਾਂ ਸਪੈਸ਼ਲ ਚਿਲਡਰਨ। ਠੀਕ ਹੈ ਜੀ, ਸੋ ਇਹਦਾ ਆਨਸਰ ਸਹੀ ਹੈ ਜੀ ਆਪਸ਼ਨ ਨੰਬਰ ਏ, ਲਿਟਰੇਟ ਪਰਸਨ। ਜਿਹੜੇ ਪੜ੍ਹੇ ਲਿਖੇ ਲੋਕ ਨੇ, ਠੀਕ ਹੈ ਜੀ, ਉਹਨਾਂ ਲਈ ਉਹ
ਜਿਹੜੀ ਬੁੱਧੀ ਦੀ ਪਰਖ ਲਾ ਉਹ ਬਿਹਤਰ ਵਿਕਲਪ ਹੁੰਦੀ ਹੈ ਉਹਨਾਂ ਲਈ। ਠੀਕ ਹੈ ਜੀ। ਲਰਨਿੰਗ ਡਿਸੇਬਿਲਿਟੀਜ਼ ਮੇ ਅਕਰ ਡਿਊ ਟੂ ਆਲ ਆਫ ਦਾ ਫੋਲੋਇੰਗ ਐਕਸੈਪਟ। ਦੇਖੋ ਜਿਹੜੀ ਲਰਨਿੰਗ ਡਿਸੇਬਿਲਿਟੀ ਹੈ, ਸਿੱਖਿਆ ਦੀਆਂ ਅਪੰਗਤਾਵਾਂ ਨਿਮਨ ਦਰਜ ਵਿੱਚੋਂ ਕਿਸ ਤੋਂ ਇਲਾਵਾ ਸਭ ਕਰਕੇ ਵਾਪਰ ਸਕਦੀਆਂ ਹਨ। ਠੀਕ ਹੈ ਜੀ। ਸੋ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਏ। ਦੇਖੋ ਜੀ ਇਹਦੇ ਵਿੱਚ ਧਿਆਨ ਨਾਲ ਦੱਸੋ, ਇਹਨਾਂ ਨੇ ਐਕਸੈਪਟ ਪੁੱਛਿਆ ਹੈ ਕਿ ਇਹਨੂੰ ਛੱਡ ਕੇ ਜਿਹੜੀ ਲਰਨਿੰਗ ਡਿਸੇਬਿਲਿਟੀ ਹੋ ਸਕਦੀ ਹੈ ਕਿ ਬੱਚਿਆਂ ਨੂੰ ਜਦੋਂ ਪੜ੍ਹਨ ਸੰਬੰਧੀ ਜਿਹੜੀ ਉਹਨਾਂ ਨੂੰ ਮੁਸ਼ਕਲਾਤ ਆਉਂਦੀਆਂ ਨੇ। ਠੀਕ ਹੈ ਜੀ। ਸੋ ਦੇਖੋ ਮੈਂਟਲ ਰਿਟਾਰਡੇਸ਼ਨ ਨਾਲ ਤਾਂ ਲਰਨਿੰਗ ਡਿਸੇਬਿਲਿਟੀ ਹੋ ਸਕਦੀ ਹੈ। ਠੀਕ ਹੈ ਜੀ। ਪੈਰੈਂਟਲ ਯੂਜ਼ ਆਫ ਐਲਕੋਹਲ ਨਾਲ ਵੀ ਹੋ ਸਕਦਾ ਹੈ, ਜਾਂ ਮੈਨੀਗਿਟਿਜ਼ ਡਿਊਰਿੰਗ ਇਨਫੈਂਸੀ, ਸ਼ਿਸ਼ੂ ਅਵਸਥਾ ਵਿੱਚ ਦਿਮਾਗ ਦੀਆਂ ਝਿੱਲੀਆਂ ਦੀ ਸੋਜ ਕਾਰਨ। ਸੋ ਇਹਨਾਂ ਤਿੰਨਾਂ ਦੇ ਨਾਲ ਲਰਨਿੰਗ ਡਿਸੇਬਿਲਿਟੀ ਜਿਹੜੀ ਹੋ ਸਕਦੀ ਹੈ। ਇੱਕ ਜਿਹੜੀ ਆਪਸ਼ਨ ਹੈ ਜਿਹਦੇ ਕਰਕੇ ਨਹੀਂ ਹੋ ਸਕਦੀ, ਤੁਹਾਡਾ ਉਹੀ ਆਨਸਰ ਜਿਹੜਾ ਹੈ ਉਹ ਸਹੀ ਹੈ ਕਿ ਟੀਚਰ ਵੇ ਆਫ ਟੀਚਿੰਗ। ਸੋ ਅੱਗੇ ਚੱਲਦੇ ਹਾਂ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਅਫੇਅਰ ਆਫ ਲਰਨਿੰਗ। ਨਿਮਨ ਦਰਜ ਵਿੱਚੋਂ ਕਿਹੜਾ ਸਿੱਖਿਆ ਦਾ ਮਾਮਲਾ ਹੈ? ਨੈਚੁਰਲ, ਪਰਸਨਲ, ਸੋਸ਼ਲ ਜਾਂ ਆਲ ਆਫ ਅਬਵ। ਸੋ ਇਹਦਾ ਸਹੀ ਆਪਸ਼ਨ ਹੈ ਜੀ ਸੀ ਕਿ ਸੋਸ਼ਲ। ਜਿਹੜਾ ਹੈ ਲਰਨਿੰਗ ਜਿਹੜੀ ਹੈ ਆਪਣਾ ਸਿੱਖਦੇ ਹਾਂ ਨਿਮਨ ਦਰਜ ਵਿੱਚੋਂ, ਅਤੇ ਆਪਾਂ ਸੋਸ਼ਲੀ ਉਹ ਜਲਦੀ ਸਿੱਖਦੇ ਹਾਂ ਆਪਾਂ। ਠੀਕ ਹੈ ਜੀ। ਇਨਕਲੂਜਨ ਆਫ ਚਿਲਡਰਨ ਵਿਦ ਸਪੈਸ਼ਲ ਨੀਡ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸ਼ਾਮਿਲ ਕਰਨਾ ਕੀ ਹੋ ਸਕਦਾ ਹੈ? ਇਹ ਅਨਰੀਅਲਿਸਟਿਕ ਗੋਲ, ਇਹ ਇੱਕ ਅਣਯਥਾਰਥਕ ਟੀਚਾ ਹੋਵੇਗਾ, ਇਜ਼ ਡਿਟਰਮਾਈਨਡ ਟੂ ਚਿਲਡਰਨ ਵਿਦਾਊਟ ਡਿਸੇਬਿਲਿਟੀਜ਼, ਕਿ ਅਪੰਗਤਾਵਾਂ ਤੋਂ ਬਿਨਾਂ ਬੱਚਿਆਂ ਲਈ ਹਾਨੀਕਾਰਕ ਹੋਵੇਗਾ। ਦੇਖੋ ਇਹ ਨੈਗੇਟਿਵ ਹੈ, ਇਹ ਨਹੀਂ ਬਣੇਗਾ ਆਪਸ਼ਨ। ਵਿਲ ਇਨਕਰੀਜ਼ ਦਾ ਬਰਡਨ ਔਨ ਸਕੂਲ, ਕੀ ਇਹ ਸਕੂਲ ਦੇ ਉੱਤੇ ਬਰਡਨ ਜ਼ਿਆਦਾ ਪਾਏਗਾ? ਇਹ ਵੀ ਨੈਗੇਟਿਵ ਗੱਲ ਹੈ। ਠੀਕ ਹੈ ਜੀ। ਸੋ ਇਹਦਾ ਜਿਹੜੀ ਸਹੀ ਆਪਸ਼ਨ ਹੈ ਉਹ ਹੈ ਆਪਸ਼ਨ ਨੰਬਰ ਡੀ ਕਿ ਰਿਕੁਆਇਰ ਅ ਚੇਂਜ ਇਨ ਐਟੀਟਿਊਡ, ਕੰਟੈਂਟ ਐਂਡ ਅਪਰੋਚ ਟੂ ਟੀਚਿੰਗ, ਕਿ ਰਵੱਈਏ, ਸਮੱਗਰੀ ਅਤੇ ਅਧਿਆਪਨ ਪ੍ਰਤੀ ਪਹੁੰਚ ਵਿੱਚ ਬਦਲਾਵ ਦੀ ਲੋੜ ਪਵੇਗੀ। ਠੀਕ ਹੈ। ਜਦੋਂ ਕੋਈ ਵਿਸ਼ੇਸ਼ ਲੋੜਾਂ ਬੱਚੇ ਵੀ ਕਲਾਸ ਦੇ ਵਿੱਚ ਹੋਣਗੇ, ਉਦੋਂ ਕੀ ਕਰਨਾ ਪੈਣਾ ਹੈ ਟੀਚਰ ਨੂੰ? ਆਪਣੇ ਸੁਭਾਅ, ਸਮੱਗਰੀ ਅਤੇ ਅਧਿਆਪਨ ਪ੍ਰਤੀ ਜਿਹੜੀ ਹੈ ਉਹਦੇ ਵਿੱਚ ਬਦਲਾਵ ਲਿਆਉਣਾ ਪਵੇਗਾ। ਸਫੈਲੋਕੈਡਲ ਪ੍ਰਿੰਸੀਪਲ ਟੂ ਡਿਵੈਲਪ ਐਕਸਪਲੇਨ ਹਾਊ ਡਿਵੈਲਪਮੈਂਟ ਪ੍ਰੋਸੀਡ ਫਰੋਮ। ਦੇਖੋ ਜੀ ਕਹਿੰਦੇ ਨੇ ਸਫੈਲੋਕੈਡਲ ਦਾ ਜਿਹੜਾ ਵਿਕਾਸ ਦਾ ਨੇਮ ਦੱਸਦਾ ਹੈ ਕਿ ਵਿਕਾਸ ਕਿਵੇਂ ਚੱਲਦਾ ਹੈ, ਕਿ ਜਰਨਲ ਟੂ ਸਪੈਸੀਫਿਕ ਚੱਲਦਾ ਹੈ, ਡਿਫਰੈਂਸ਼ੀਏਟਡ ਟੂ ਇੰਟੀਗ੍ਰੇਟਿਡ ਫੰਕਸ਼ਨਸ, ਹੈਡ ਟੂ ਟੋ ਜਾਂ ਰੂਰਲ ਟੂ ਅਰਬਨ ਏਰੀਆ। ਸੋ ਜਿਹੜੇ ਇਹਦਾ ਸਹੀ ਆਨਸਰ ਹੈ ਜੀ ਉਹ ਹੈ ਹੈਡ ਟੂ ਟੋ, ਮਤਲਬ ਸਿਰ ਤੋਂ ਪੈਰਾਂ ਵੱਲ ਜਿਹੜਾ ਸਾਡਾ ਵਿਕਾਸ ਹੈ ਉਹ ਸਿਰ ਤੋਂ ਪੈਰਾਂ ਵੱਲ ਹੁੰਦਾ ਹੈ। ਕਿਹਦੇ ਅਕੋਰਡਿੰਗ? ਸਫੈਲੋਕੈਡਲ ਦੇ ਅਕੋਰਡਿੰਗ। The most important factor influencing human intelligence is heredity, environment, both of the above ਜਾਂ none of the above। ਕੀ ਕਹਿੰਦਾ ਹੈ ਜੀ ਮੋਸਟ ਇੰਪੋਰਟੈਂਟ ਫੈਕਟਰ ਇਨਫਲੂਐਂਸ ਹਿਊਮਨ ਇੰਟੈਲੀਜੈਂਸ। ਹਿਊਮਨ ਇੰਟੈਲੀਜੈਂਸ ਨੂੰ ਕਿਹੜੇ ਫੈਕਟਰ ਆ ਜਿਹੜੇ ਜ਼ਿਆਦਾ ਉਹ ਇਫੈਕਟ ਕਰਦੇ ਨੇ? ਕਿਹੜੇ ਨੇ ਜੀ? ਹੈਰੀਡਿਟੀ, ਇਨਵਾਇਰਮੈਂਟ। ਸੋ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਸੀ ਕਿ ਹੈਰੀਡਿਟੀ ਔਰ ਇਨਵਾਇਰਮੈਂਟ ਦੋਨੋਂ ਜਿਹੜੇ ਉਹ ਪ੍ਰਭਾਵ ਕਰਦੇ ਨੇ। ਹੈਰੀਡਿਟੀ ਮਤਲਬ ਕਿ ਸਾਨੂੰ ਕੋਈ ਪਰਿਵਾਰ ਦੇ ਵਿੱਚੋਂ ਕਈ ਵਾਰ ਕੁਛ ਚੀਜ਼ਾਂ ਮਿਲਦੀਆਂ ਨੇ, ਜੀਨਸ ਤੋਂ ਕੁਛ ਚੀਜ਼ਾਂ ਮਿਲਦੀਆਂ ਨੇ, ਅਤੇ ਵਾਤਾਵਰਣ ਤੋਂ ਵੀ ਅਸੀਂ ਇਨਫਲੂਐਂਸ ਹੁੰਦੇ ਹਾਂ। ਸੋ ਜਿਹੜੀਆਂ ਦੋਨੇ ਚੀਜ਼ਾਂ ਨੇ ਇਹ ਇਨਫਲੂਐਂਸ ਕਰਦੀਆਂ ਨੇ। ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ 12। ਜਨਰਲੀ ਦਾ ਬੇਬੀ ਐਕਸਪ੍ਰੈਸਿਸ ਸਮਾਈਲਿੰਗ ਇਮੋਸ਼ਨ ਵੈਨ ਇਟਸ ਫੇਸ ਔਰ ਚੀਕਸ ਆਰ ਟਚਡ ਜੈਂਟਲੀ, ਇਟ ਮੀਨਸ ਡਿਊ ਟੂ। ਕਹਿੰਦੇ ਹੈ ਕਿ ਅਕਸਰ ਕਿਸੇ ਵੱਲੋਂ ਕੋਈ ਬੱਚਾ ਹੁੰਦਾ ਹੈ, ਜਿਵੇਂ ਉਹਦਾ ਪੋਲਾ ਜਿਹਾ ਚਿਹਰਾ ਹੋਵੇ, ਗੱਲਾਂ ਛੂਹੇ ਜਾਣ 'ਤੇ ਬੱਚਾ ਮੁਸਕਰਾਹਟ ਦਾ ਭਾਵ ਪ੍ਰਗਟਾਉਂਦਾ ਹੈ। ਇਹ ਕਿਸ ਕਰਕੇ ਵਾਪਰਦਾ ਹੈ? ਰਿਫਲੈਕਸ ਐਕਸ਼ਨਸ, ਇਮੋਸ਼ਨਲ ਰਿਐਕਸ਼ਨਸ, ਡਿਸਪਲੇ ਆਫ ਗੁੱਡ ਜੈਸਚਰ ਔਰ ਕੰਡੀਸ਼ਨਿੰਗ। ਸੋ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਏ, ਰਿਫਲੈਕਸ ਐਕਸ਼ਨ, ਪ੍ਰਤੀਕਿਰਿਆ ਵਜੋਂ। ਆਪਸ਼ਨ ਨੰਬਰ 13, ਕੁਐਸਚਨ ਨੰਬਰ 13 ਕਿ ਸੋਸ਼ਲ ਸਟ੍ਰੈਟੀਫਿਕੇਸ਼ਨ ਕੈਨ ਵੀ ਐਕਸਪ੍ਰੈਸਡ ਐਜ਼, ਸਮਾਜਿਕ ਦਰਜੇਬੰਦੀ ਨੂੰ ਕਿਵੇਂ ਪ੍ਰਗਟਾਇਆ ਜਾ ਸਕਦਾ ਹੈ? ਦ ਕਰੈਕਟਰਿਸਟਿਕਸ ਡਿਨੋਟਿੰਗ ਸੋਸ਼ੀਓ ਇਕਨੋਮਿਕ ਸਟਰਕਚਰ ਇਨ ਦ ਸੋਸਾਇਟੀ, the level of a family in the caste hierarchy of their community, classification based on demography of the population, या difference donating the level of social respect। ਦੇਖੋ ਜੀ ਕੀ ਕਹਿੰਦਾ ਹੈ,
ਕਹਿੰਦੇ ਕਿ ਸਮਾਜ ਵਿਚਲੀ ਸਮਾਜਿਕ ਆਰਥਿਕ ਸੰਰਚਨਾ ਪ੍ਰਗਟਾਉਣ ਵਾਲੇ ਲੱਛਣ ਵਜੋਂ, ਭਾਈਚਾਰੇ ਵਿੱਚ ਜਾਤ ਦੀ ਦਰਜੇਬੰਦੀ ਵਿੱਚ, ਪਰਿਵਾਰ ਦੇ ਪੱਧਰ ਵਜੋਂ ਜਾਂ ਵਸੋਂ ਦੇ ਜਨ ਅੰਕੜਾ ਵਿਗਿਆਨ ਉੱਤੇ ਆਧਾਰਿਤ ਵਰਗੀਕਰਨ ਵਜੋਂ, ਜਾਂ ਸਮਾਜਿਕ ਸਤਿਕਾਰ ਦੀ ਪੱਧਰ ਪ੍ਰਗਟਾਉਣ ਵਾਲੇ ਵਖਰੇਵੇਂ ਵਜੋਂ। ਸੋ ਜਿਹੜੀ ਇਹਦੀ ਸਹੀ ਆਪਸ਼ਨ ਹੈ ਉਹ ਹੈ ਜੀ ਆਪਸ਼ਨ ਨੰਬਰ 1 ਏ, ਦ ਕਰੈਕਟਰਿਸਟਿਕਸ ਡਿਨੋਟਿੰਗ ਸੋਸ਼ੀਓ ਇਕਨੋਮਿਕ ਸਟਰਕਚਰ। ਸਮਾਜ ਵਿਚਲੀ ਸਮਾਜਿਕ ਆਰਥਿਕ ਜਿਹੜੀ ਸੰਰਚਨਾ ਹੈ, ਸਮਾਜਿਕ ਜਿਹੜੀ ਦਰਜਾਬੰਦੀ ਉਹਨੂੰ ਪ੍ਰਗਟਾਉਂਦੀ ਹੈ। ਠੀਕ ਹੈ ਜੀ। ਅਗਲਾ ਕੁਐਸਚਨ ਹੈ ਦ ਮੀਨਿੰਗ ਆਫ ਪਰਸਨਲਾਈਜ਼ਡ ਟੀਚਿੰਗ। ਜਿਹੜੀ ਪਰਸਨਲਾਈਜ਼ਡ ਟੀਚਿੰਗ ਹੈ ਉਹਦਾ ਮੀਨਿੰਗ ਕੀ ਹੈ ਕਿ ਟੂ ਟੀਚ ਚਿਲਡਰਨ ਪਰਸਨੈਲਿਟੀ, ਬੱਚਿਆਂ ਨੂੰ ਨਿੱਜੀ ਰੂਪ ਵਿੱਚ ਪੜ੍ਹਾਉਣਾ। ਟੂ ਗਿਵ ਟਿਊਸ਼ਨ ਇੰਡੀਵਿਜੂਅਲੀ, ਵਿਅਕਤੀਗਤ ਪੱਧਰ 'ਤੇ ਟਿਊਸ਼ਨ ਪੜ੍ਹਾਉਣਾ। ਟੂ ਟੀਚ ਚਿਲਡਰਨ ਐਜ਼ ਪਰ ਦੇਅਰ ਐਬਿਲਿਟੀਜ਼, ਬੱਚਿਆਂ ਨੂੰ ਉਹਨਾਂ ਦੀਆਂ ਯੋਗਤਾਵਾਂ ਅਨੁਸਾਰ ਪੜ੍ਹਾਉਣਾ, ਜਾਂ ਕੁਛ ਵੀ ਨਹੀਂ। ਸੋ ਜਿਹੜੀ ਇਹਦੀ ਸਹੀ ਆਪਸ਼ਨ ਹੈ ਔਰ ਐਕੂਰੇਟ ਆਪਸ਼ਨ ਹੈ ਉਹ ਹੈ ਜੀ ਆਪਸ਼ਨ ਨੰਬਰ ਸੀ, ਕਿ ਟੂ ਟੀਚ ਚਿਲਡਰਨ ਐਜ਼ ਪਰ ਦੇਅਰ ਐਬਿਲਿਟੀਜ਼, ਬੱਚਿਆਂ ਨੂੰ ਉਹਨਾਂ ਦੀਆਂ ਯੋਗਤਾਵਾਂ ਅਨੁਸਾਰ ਪੜ੍ਹਾਇਆ ਜਾਵੇ। 15ਵਾਂ ਕੁਐਸਚਨ ਹੈ ਜੀ ਵਿਚ ਵਨ ਆਫ ਦ ਫੋਲੋਇੰਗ ਫੈਕਟਰਸ ਡਜ਼ਨਟ ਇਨਫਲੂਐਂਸ ਦ ਚਾਈਲਡ ਡਿਵੈਲਪਮੈਂਟ, ਕਿ ਜਿਹੜੀ ਬੱਚੇ ਦੀ ਜਿਹੜੀ ਡਿਵੈਲਪਮੈਂਟ ਹੈ ਇਹਨਾਂ 'ਚੋਂ ਕਿਹੜਾ ਫੈਕਟਰ ਇਨਫਲੂਐਂਸ ਨਹੀਂ ਕਰਦਾ। ਦੇਖੋ ਹੈਰੀਡਿਟੀ, ਜਿਵੇਂ ਆਪਾਂ ਹੁਣੇ ਗੱਲ ਕੀਤੀ ਹੈਗੀ, ਇਹ ਜਿਹੜੀ ਹੈਰੀਡਿਟੀ ਹੈ ਇਹ ਇਨਫਲੂਐਂਸ ਕਰਦੀ ਹੈ, ਕਲਚਰ ਵੀ ਇਨਫਲੂਐਂਸ ਕਰਦਾ ਹੈ, ਗਰੋਥ ਵੀ ਇਨਫਲੂਐਂਸ ਕਰਦਾ ਹੈ। ਸੋ ਜਿਹੜੀ ਇੱਕ ਆਪਸ਼ਨ ਬਚੀ ਹੈ ਜਿਹੜੀ ਨਹੀਂ ਕਰਦੀ ਉਹ ਹੈ ਜੀ ਆਨਸਰ ਸਾਡਾ, ਜੋ ਕਿ ਸਾਡਾ ਆਨਸਰ ਵੀ ਹੈ ਉਹ ਹੈ ਜੀ ਅਚੀਵਮੈਂਟ। ਪ੍ਰਾਪਤੀ ਜਿਹੜੀ ਹੈ ਉਹ ਇਨਫਲੂਐਂਸ ਨਹੀਂ ਕਰਦੀ ਡਿਵੈਲਪਮੈਂਟ ਨੂੰ। ਇਨਕਲੂਜਨ ਆਫ ਚਿਲਡਰਨ ਵਿਦ ਸਪੈਸ਼ਲ ਨੀਡਸ। ਇਨਕਲੂਜਨ ਆਫ ਚਿਲਡਰਨ ਵਿਦ ਸਪੈਸ਼ਲ ਨੀਡਸ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸ਼ਾਮਿਲ ਕਰਨਾ ਕੀ ਹੁੰਦਾ ਹੈ। ਮਤਲਬ ਕਲਾਸ 'ਚ ਅਗਰ ਕੋਈ ਵਿਸ਼ੇਸ਼ ਲੋੜਾਂ ਬੱਚੇ ਨੂੰ ਅਸੀਂ ਸ਼ਾਮਿਲ ਕਰੀਏ ਤਾਂ ਕੀ ਹੋਵੇਗਾ। ਠੀਕ ਹੈ, ਇਹ ਇਜ਼ ਐਨ ਅਨਰੀਅਲਿਸਟਿਕ ਗੋਲ। ਇਹ ਮੈਨੂੰ ਲੱਗਦਾ ਹੈ ਸੇਮ ਕੁਐਸਚਨ ਦੁਬਾਰਾ ਰਿਪੀਟ ਹੈ। ਇਹਦਾ ਕੁਐਸਚਨ ਆਨਸਰ ਸਹੀ ਸੀਗਾ ਡੀ, ਰਿਕੁਆਇਰ ਅ ਚੇਂਜ ਇਨ ਐਟੀਟਿਊਡ, ਰਵੱਈਏ ਵਿੱਚ ਤਬਦੀਲੀ ਦੀ ਅਤੇ ਅਧਿਆਪਨ ਦੀ ਸਮੱਗਰੀ ਅਤੇ ਪਹੁੰਚ ਵੱਖਰੀ ਹੋਵੇਗੀ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਆਪਾਂ। ਅ ਚਾਈਲਡ ਵਿਦ ਹੀਅਰਿੰਗ ਅਪੇਅਰਮੈਂਟ, ਸੁਣਨ ਦੇ ਪੱਖੋਂ ਅਪੰਗ ਬੱਚਾ, ਜਿਸ ਬੱਚੇ ਨੂੰ ਸੁਣਨ ਦੇ ਵਿੱਚ ਪ੍ਰੋਬਲਮ ਹੈ, ਸ਼ੁੱਡ ਬੀ ਸੈਂਟ ਓਨਲੀ ਟੂ ਅ ਸਕੂਲ ਫॉर ਹੀਅਰਿੰਗ ਇੰਪੇਅਰਡ। ਮਤਲਬ ਅਗਰ ਕੋਈ ਬੱਚੇ ਨੂੰ ਸੁਣਨ 'ਚ ਪ੍ਰੋਬਲਮ ਆ ਰਹੀ ਹੈ ਉਹਨੂੰ ਕੋਈ ਅਲੱਗ ਸਕੂਲ ਦੇ ਵਿੱਚ ਭੇਜ ਦੇਣਾ ਚਾਹੀਦਾ ਹੈ। ਦੇਖੋ ਇਹ ਨੈਗੇਟਿਵ ਹੈ, ਇਹ ਬਿਲਕੁਲ ਗਲਤ ਹੈ, ਇੱਦਾਂ ਕਦੀ ਵੀ ਨਹੀਂ ਹੁੰਦਾ। ਬੀ ਆਪਸ਼ਨ ਵਿਲ ਨੋਟ ਬੈਨੀਫਿਟ ਫਰੋਮ ਅਕੈਡਮਿਕ ਐਜੂਕੇਸ਼ਨ ਓਨਲੀ ਐਂਡ ਸ਼ੁੱਡ ਬੀ ਗਿਵਨ ਵੋਕੇਸ਼ਨਲ ਟ੍ਰੇਨਿੰਗ ਇੰਸਟੈਡ, ਕਿ ਅਕਾਦਮਿਕ ਸਿੱਖਿਆ ਲਾਭਕਾਰੀ ਨਹੀਂ ਹੋਵੇਗੀ, ਇਸ ਦੀ ਥਾਂ ਕਿੱਤਾ ਮੁਖੀ ਸਿਖਲਾਈ ਦੇਣੀ ਪਵੇਗੀ। ਸੋ ਦੇਖੋ ਇੱਥੇ ਵੀ ਨਹੀਂ ਆ ਗਿਆ, ਤਾਂ ਮਤਲਬ ਇਹ ਵੀ ਨੈਗੇਟਿਵ ਪੁਆਇੰਟ ਹੈ। ਸੋ ਕੈਨ ਡੂ ਵੈਰੀ ਵੈਲ ਇਨ ਰੈਗੂਲਰ ਸਕੂਲ ਇਫ ਸੁਟੇਬਲ ਫੈਸਿਲੀਟੇਸ਼ਨ ਐਂਡ ਰਿਸੋਰਸਿਸ ਆਰ ਪ੍ਰੋਵਾਈਡਡ, ਸਧਾਰਨ ਸਕੂਲ ਵਿੱਚ ਚੱਲ ਸਕਦਾ ਹੈ ਜੇ ਢੁਕਵੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਇਹ ਹੋ ਸਕਦਾ ਹੈ ਜੀ। ਡੀ ਆਪਸ਼ਨ ਹੈ ਜੀ ਵਿਲ ਨੈਵਰ ਬੀ ਏਬਲ ਟੂ ਪਰਫੋਰਮ ਔਨ ਪਾਰ ਵਿਦ ਕਲਾਸਮੇਟ, ਸਧਾਰਨ ਸਕੂਲ ਵਿੱਚ ਹੋਰ ਬੱਚਿਆਂ ਵਰਗੀ ਕਾਰਗੁਜ਼ਾਰੀ ਕਦੇ ਨਹੀਂ ਵਿਖਾ ਸਕੇਗਾ। ਦੇਖੋ ਇਹ ਵੀ ਨੈਗੇਟਿਵ ਪੁਆਇੰਟ ਹੈ, ਸੋ ਇਹ ਵੀ ਗਲਤ ਹੈ। ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਸੀ, ਕਿ ਅਗਰ ਉਹ ਸਧਾਰਨ ਸਕੂਲ 'ਚ ਵੀ ਵਧੀਆ ਕਰੇਗਾ ਅਗਰ ਉਸਨੂੰ ਫੈਸਿਲਿਟੀਜ਼ ਜਿਹੜੀਆਂ ਵਧੀਆ ਪ੍ਰੋਵਾਈਡਡ ਰਿਸੋਰਸਿਸ ਕੀਤੇ ਜਾਣ। ਵਿਚ ਆਫ ਦ ਫੋਲੋਇੰਗ ਇਜ਼ ਅ ਕਰੈਕਟਰਿਸਟਿਕ ਆਫ ਅ ਗਿਫਟਿਡ ਲਰਨਰ, ਨਿਮਨ ਦਰਜ ਵਿੱਚੋਂ ਕਿਹੜਾ ਹੋਣਹਾਰ ਬੱਚੇ ਦਾ ਲੱਛਣ ਹੁੰਦਾ ਹੈ। ਠੀਕ ਹੈ ਜੀ। ਹੀ ਗੈਟਸ ਐਗਰੈਸਿਵ ਐਂਡ ਫਰਸਟ੍ਰੇਟਡ, ਕਿ ਉਹ ਆਕਰਮਣਕਾਰੀ ਹੈ ਜਾਂ ਉਪਰਾਮ ਹੋਵੇਗਾ, ਗਲਤ। ਹੀ ਕੈਨ ਫੀਲ ਅੰਡਰ ਸਟੀਮੂਲੇਟਡ ਐਂਡ ਬੋਰਡ ਇਫ ਦ ਕਲਾਸ ਐਕਟੀਵਿਟੀਜ਼ ਆਰ ਨੋਨ ਚੈਲੰਜਿੰਗ ਇਨਫ, ਕਲਾਸ ਦੇ ਵਿੱਚ ਕਾਰਜ ਚੁਣੌਤੀ ਭਰੇ ਨਹੀਂ ਹੋਣਗੇ ਤਾਂ ਉਹ ਉਤੇਜਨਾਹੀਨ ਅਤੇ ਅਕੇਵਾਂ ਮਹਿਸੂਸ ਕਰੇਗਾ। ਦੇਖੋ ਇਹ ਹੋ ਸਕਦਾ ਹੈ। ਹੀ ਇਜ਼ ਹਾਈਲੀ ਟੈਂਪਰਮੈਂਟਲ, ਆਪਣੀ ਮਨਮਰਜ਼ੀ ਕਰੇਗਾ। ਹੀ ਐਨਗੇਜਿਜ਼ ਇਨ ਰਿਚੁਅਲਿਸਟਿਕ ਬਿਹੇਵੀਅਰ ਲਾਈਕ ਹੈਂਡ ਫਲੈਪਿੰਗ ਔਰ ਰੌਕਿੰਗ, ਉਹ ਹੱਥ ਉਛਾਲਣ ਅਤੇ ਇੱਧਰ ਉੱਧਰ ਹਿੱਲਣ ਦੇ ਕਰਮ ਕਾਂਡ ਵਿੱਚ ਰੁੱਝੇਗਾ। ਸੋ ਜਿਹੜੀ ਐਕੂਰੇਟ ਜਿਹੜਾ ਆਨਸਰ ਲੱਗ ਰਿਹਾ ਉਹ ਹੈ ਜੀ ਆਪਸ਼ਨ ਬੀ, ਕਿ ਅਗਰ ਕਲਾਸ ਦੇ ਵਿੱਚ, ਹੁਣ ਦੇਖੋ ਅਗਰ ਕੋਈ ਕਲਾਸ ਦੇ ਵਿੱਚ ਬੱਚਾ 6th 'ਚ ਪੜ੍ਹ ਰਿਹਾ ਹੈ ਪਰ ਉਹਦਾ ਜਿਹੜਾ ਮੈਂਟਲ ਲੈਵਲ ਹੈ ਉਹ 10th ਕਲਾਸ ਵਾਲੇ ਬੱਚੇ ਦਾ ਹੈ, ਤਾਂ ਓਬਵੀਅਸ ਹੈ ਉਸ ਬੱਚੇ ਨੂੰ ਜੋ ਕਲਾਸ ਕਰਾ ਰਹੇ ਹੋਵਾਂਗੇ ਉਹ ਪੜ੍ਹ ਕੇ ਉਹ ਬੋਰ ਹੋਵੇਗਾ। ਠੀਕ ਹੈ ਜੀ, ਇਹੀ ਗੱਲ ਇਹਦੇ ਵਿੱਚ ਜਿਹੜੀ ਹੈ
ਕੀਤੀ ਗਈ ਹੈ। ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ। A few students in your class are exceptionally bright, you will teach them। ਤੁਹਾਡੀ ਕਲਾਸ ਵਿੱਚ ਕਹਿੰਦੇ ਕੁਝ ਵਿਦਿਆਰਥੀ ਵਿਲੱਖਣ ਯੋਗਤਾ ਵਾਲੇ ਹਨ, ਉਹਨਾਂ ਨੂੰ ਤੁਸੀਂ ਕਿਵੇਂ ਪੜ੍ਹਾਓਗੇ? along with the class, ਕਲਾਸ ਦੇ ਨਾਲ, along with higher class, ਉਚੇਰੀ ਕਲਾਸ ਨਾਲ, by using enriched program, ਵਧੇਰੀ ਸਮੱਗਰੀ ਵਾਲੇ ਪ੍ਰੋਗਰਾਮ ਵਰਤ ਕੇ, ਜਾਂ ਕੇਵਲ ਉਦੋਂ ਜਦੋਂ ਉਹ ਚਾਹਣਗੇ। ਸੋ ਦੇਖੋ ਡੀ ਤਾਂ ਹੈ ਹੀ ਨਹੀਂ ਕਿ ਜਦੋਂ ਬੱਚੇ ਚਾਹਣਗੇ, ਬੱਚੇ ਤਾਂ ਕਦੇ ਵੀ ਨਹੀਂ ਚਾਹਣਗੇ, ਕਲਾਸ ਦੇ ਨਾਲ ਵੀ ਨਹੀਂ। ਸੋ ਜਿਹੜੇ ਬਰਾਈਟ ਸਟੂਡੈਂਟ ਹੁੰਦੇ ਨੇ ਉਹਨਾਂ ਨੂੰ ਕਿਵੇਂ ਉਹ ਕਰ ਸਕਦੇ ਨੇ? ਟੀਚ ਬਾਈ ਯੂਜ਼ਿੰਗ ਐਨਰਿਚਡ ਪ੍ਰੋਗਰਾਮ, ਵਧੇਰੇ ਸਮੱਗਰੀ ਵਾਲੇ ਪ੍ਰੋਗਰਾਮ, ਐਕਸਟਰਾ ਜਿਹੜੇ ਪ੍ਰੋਗਰਾਮਸ ਯੂਜ਼ ਕਰਕੇ, ਠੀਕ ਹੈ ਜੀ, ਟੀਚਿੰਗ ਏਡਸ ਯੂਜ਼ ਕਰਕੇ ਅਸੀਂ ਕਰ ਸਕਦੇ ਹਾਂ। ਅ ਪ੍ਰੋਬਲਮ ਚਾਈਲਡ ਇਜ਼, ਸਮੱਸਿਆਵਾਂ ਵਾਲਾ ਵਿਗੜਿਆ ਬੱਚਾ ਕੌਣ ਹੁੰਦਾ ਹੈ? ਸਮੱਸਿਆਵਾਂ ਵਾਲਾ ਵਿਗੜਿਆ ਬੱਚਾ ਕੌਣ ਹੁੰਦਾ ਹੈ? ਪੈਂਪਰਿੰਗ ਗਾਰਡੀਅਨਸ, ਲਾਡ ਲਡਾਉਣ ਵਾਲੇ ਸਰਪ੍ਰਸਤਾਂ ਕਾਰਨ, ਜਿੱਦਾਂ ਪੇਰੈਂਟਸ ਵੱਲੋਂ ਬੜੇ ਲਾਡ ਪਾੜ ਨਾਲ ਕਿਸੇ ਬੱਚੇ ਨੂੰ ਪਾਲਿਆ ਜਾਂਦਾ ਹੈ। ਵਿਰਸੇ ਦੀਆਂ ਸਮੱਸਿਆਵਾਂ ਕਾਰਨ, ਜੋ ਉਹਨੂੰ ਜੀਨਸ ਦੇ ਥਰੂ ਮਿਲਦਾ ਹੈ, ਹੈਰੀਡੇਟਰੀ ਪ੍ਰੋਬਲਮਸ, ਜਾਂ IQ ਪ੍ਰੋਬਲਮ, ਜਾਂ ਫਿਜ਼ੀਕਲ ਪ੍ਰੋਬਲਮਸ। ਠੀਕ ਹੈ। ਸੋ ਅਗਰ ਕੋਈ ਬੱਚਾ ਵਿਗੜਿਆ ਹੋਇਆ ਹੈ, ਉਹ ਕਿਵੇਂ ਵਿਗੜਦਾ ਹੈ ਬੱਚਾ? ਉਹ ਬੱਚਾ ਲਾਡ ਲਡਾਉਣ ਵਾਲੇ ਸਰਪ੍ਰਸਤਾਂ ਕਾਰਨ। ਬੱਚਿਆਂ ਨੂੰ ਕਈ ਮਾਪੇ ਜਿਹੜੇ ਲਾਡ ਨਾਲ ਬਹੁਤ ਪਾਲਦੇ ਨੇ, ਠੀਕ ਹੈ, ਉਹਨਾਂ ਦੀ ਹਰ ਇੱਕ ਖੁਆਇਸ਼ ਪੂਰੀ ਕਰਦੇ ਰਹਿੰਦੇ, ਜਿਹਦੇ ਨਾਲ ਕਈ ਵਾਰ ਬੱਚੇ ਵਿਗੜ ਜਾਂਦੇ ਨੇ। ਵਿਚ ਫਰੋਮ ਦਾ ਫੋਲੋਇੰਗ ਸ਼ੁੱਡ ਬੀ ਯੂਜ਼ਡ ਟੂ ਡਿਕਰੀਜ਼ ਮਾਈਨਰ ਐਪਰੋਪਰੀਏਟ ਬਿਹੇਵੀਅਰ, ਨਿਮਨ ਦਰਜ ਵਿੱਚੋਂ ਕਿਸ ਦੀ ਵਰਤੋਂ ਨਾਲ ਨਿੱਕੇ ਮੋਟੇ ਗੈਰ ਵਾਜਬ ਵਿਹਾਰ ਨੂੰ ਘਟਾਇਆ ਜਾ ਸਕਦਾ ਹੈ? ਦੇਖੋ ਕਈ ਵਾਰ ਕਲਾਸ ਦੇ ਵਿੱਚ ਕੁਛ ਸਟੂਡੈਂਟ ਇੱਦਾਂ ਹੁੰਦੇ ਨੇ ਕਿ ਜੋ ਕੁਛ ਨੋਕ ਝੋਕ ਥੋੜ੍ਹੀ ਕਰਦੇ ਰਹਿੰਦੇ ਨੇ, ਇਰੀਟੇਟ ਕਰਦੇ ਰਹਿੰਦੇ ਨੇ, ਠੀਕ ਹੈ। ਉਹਨੂੰ ਕਹਿੰਦੇ ਆ ਕਿ ਟੀਚਰ ਜਿਹੜਾ ਹੈ ਉਸਨੂੰ ਕਿਵੇਂ ਉਸ ਨਾਲ ਡੀਲ ਕਰ ਸਕਦਾ ਹੈ? ਪ੍ਰੇਜ਼ ਕਰਕੇ, ਦੇਖੋ ਪ੍ਰਸ਼ੰਸਾ ਨਾਲ, ਬਿਲਕੁਲ ਗਲਤ। ਰਿਵਾਰਡ, ਉਹਨੂੰ ਇਨਾਮ ਦੇ ਕੇ। ਸਟ੍ਰਿਕਨੈਸ ਵਰਤ ਕੇ, ਦੇਖੋ ਨੈਗੇਟਿਵ ਪੁਆਇੰਟ ਹੈ, ਸੋ ਇਹ ਵੀ ਗਲਤ ਹੈ। ਸੋ ਇਗਨੋਰ ਕਰਕੇ, ਉਸ ਦੀਆਂ ਛੋਟੀਆਂ ਛੋਟੀਆਂ ਅਗਰ ਕੁਛ ਕਰ ਰਹੇ ਅਸੀਂ ਉਸਨੂੰ ਇਗਨੋਰ ਕਰੀਏ। ਠੀਕ ਹੈ ਜੀ। 22nd ਕੁਐਸਚਨ ਹੈ ਜੀ, the conclusion of a deductive argument is certain probable experience ਜਾਂ observation। ਨਿਗਮੀ ਬਹਿਸ ਦਾ ਨਿਸ਼ਕਰਸ਼ ਕੀ ਹੁੰਦਾ ਹੈ? conclusion of deductive ਮਤਲਬ ਜਰਨਲ ਟੂ ਸਪੈਸੀਫਿਕ। ਸੋ ਇਹਦਾ ਸਹੀ ਆਨਸਰ ਹੈ ਜੀ ਸਰਟੇਨ, ਸਪਸ਼ਟ। ਠੀਕ ਹੈ। ਅਸੀਂ ਕਿਸੇ ਜਰਨਲਾਈਜ਼ ਕੋਈ ਆਈਡੀਆ ਹੈ, ਅਸੀਂ ਉਹਨੂੰ ਸਪੈਸੀਫਿਕ ਵੱਲ ਲੈ ਕੇ ਜਾਣਾ ਹੈ, ਉਸ ਦਾ ਕੋਈ ਇੱਕ ਨਿਸ਼ਕਰਸ਼ ਜਿਹੜਾ ਹੈ ਉਹ ਕੱਢਣਾ ਹੈ, ਕਨਕਲੂਜਨ ਕੱਢਣਾ ਹੈ। ਸੋ ਉਹਦਾ ਆਨਸਰ ਜਿਹੜਾ ਕੀ ਹੋਵੇਗਾ ਜੀ, ਇਹਦਾ ਸਪਸ਼ਟ ਹੋਵੇਗਾ ਉਹ ਆਨਸਰ। ਠੀਕ ਹੈ ਜੀ। ਰੂਸੋ ਨੇ ਅਜਿਹੀ ਕਿਹੜੀ ਸਿੱਖਿਆ ਵਿਧੀ ਦੀ ਵਕਾਲਤ ਕੀਤੀ ਸੀ ਜਿਸ ਅਨੁਸਾਰ ਬੱਚੇ ਨੂੰ ਕਿੱਥੋਂ ਹਟਾਉਣ ਦੀ ਗੱਲ ਕੀਤੀ ਗਈ ਸੀ? ਠੀਕ ਹੈ। ਰੂਸੋ ਨੇ ਜਿਹੜੀ ਇੱਕ ਗੱਲ ਕਹੀ ਸੀ, ਕਹਿੰਦਾ ਕਿ ਸਿੱਖਿਆ ਵਿਧੀ ਦੀ ਵਕਾਲਤ ਕੀਤੀ ਸੀ ਜਿਸ ਅਨੁਸਾਰ ਬੱਚੇ ਨੂੰ ਕਿੱਥੋਂ ਹਟਾਉਣ ਦੀ ਗੱਲ ਕੀਤੀ ਗਈ ਸੀ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ C, ਸੁਸਾਇਟੀ। ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, the priori knowledge is knowledge that is known independently of। ਪੂਰਵਵਰਤੀ ਗਿਆਨ ਨਿਮਨ ਦਰਜ ਵਿੱਚੋਂ ਕਿਸ ਤੋਂ ਸੁਤੰਤਰ ਹੁੰਦਾ ਹੈ? ਐਨਾਲਾਈਸਿਸ, ਐਵੀਡੈਂਸ, ਐਕਸਪੀਰੀਅੰਸ ਜਾਂ ਇਨਫੋਰਮੇਸ਼ਨ। ਪੂਰਵਵਰਤੀ ਗਿਆਨ ਨਿਮਨ ਦਰਜ ਵਿੱਚੋਂ ਕਿਸ ਤੋਂ ਸੁਤੰਤਰ ਹੁੰਦਾ ਹੈ? ਸੋ ਦਾ ਸਹੀ ਆਨਸਰ ਹੈ ਜੀ ਐਕਸਪੀਰੀਅੰਸ। ਪਿਛਲਕਾਰੀ ਗਿਆਨ ਕਿਸ ਰਾਹੀਂ ਜਾਣਿਆ ਜਾਂਦਾ ਹੈ? ਪੋਸਟੀਰੀਅਰ ਨੌਲੇਜ ਇਜ਼ ਨੌਲੇਜ ਦੈਟ ਇਜ਼ ਨੋਨ। ਪੋਸਟ ਮਤਲਬ ਕੋਈ ਪਹਿਲਾਂ ਦੀ ਨੌਲੇਜ, ਉਹ ਕਿਵੇਂ ਹੁੰਦੀ ਹੈ? ਸਾਨੂੰ ਐਕਸਪੀਰੀਅੰਸ ਤੋਂ ਹੀ ਮਿਲਦੀ ਹੈ ਉਹ ਨੌਲੇਜ। ਸੋ ਸਾਡਾ ਇਹਦਾ ਆਨਸਰ ਕੀ ਹੈ ਜੀ ਐਕਸਪੀਰੀਅੰਸ। ਅਕੋਰਡਿੰਗ ਟੂ ਜੋਨ ਲੋਕ ਏ ਚਾਈਲਡ ਮਾਈਂਡ ਡਜ਼ਨਟ ਕੰਟੇਨ ਐਨੀ। ਜੋਨ ਲੋਕ ਅਨੁਸਾਰ ਬੱਚੇ ਦੇ ਮਨ ਵਿੱਚ ਕੀ ਨਹੀਂ ਹੁੰਦਾ? ਯਾਦਾਂ, ਕਲਪਨਾ, ਨਿਰੀਖਣ ਜਾਂ ਜਨਮਜਾਤ ਵਿਚਾਰ। ਸੋ ਇਹਦਾ ਸਹੀ ਆਨਸਰ ਹੈ ਜੀ ਡੀ, ਇਨੇਟ ਆਈਡੀਆਜ਼, ਜਨਮਜਾਤ ਵਿਹਾਰ। 27ਵਾਂ ਕੁਐਸਚਨ ਹੈ ਜੀ, ਦ ਐਪਲੀਕੇਸ਼ਨ ਆਫ ਆਈਡੀਆਜ਼, knowledge and skills to achieve the desired result is called। ਇੱਛਤ ਨਤੀਜੇ ਪ੍ਰਾਪਤ ਕਰਨ ਲਈ ਵਿਚਾਰਾਂ, ਗਿਆਨ ਅਤੇ ਮੁਹਾਰਤਾਂ
ਵਰਤਣ ਨੂੰ ਕੀ ਕਹਿੰਦੇ ਹਨ? ਠੀਕ ਹੈ ਜੀ, ਮਤਲਬ ਵਧੀਆ ਨਤੀਜੇ ਪ੍ਰਾਪਤ ਕਰਨ ਲਈ ਵਿਚਾਰਾਂ, ਗਿਆਨ ਅਤੇ ਮੁਹਾਰਤਾਂ ਨੂੰ ਵਰਤਣ ਨੂੰ ਕੀ ਕਹਿੰਦੇ ਹਨ? ਕ੍ਰਿਟੀਕਲ ਥਿੰਕਿੰਗ, ਪ੍ਰੋਬਲਮ ਸੋਲਵਿੰਗ, ਡਿਡਕਟਿਵ ਮੈਥਡ ਜਾਂ ਰੀਜ਼ਨਡ ਆਰਗੂਮੈਂਟਸ। ਸੋ ਇਹਦਾ ਸਹੀ ਆਨਸਰ ਹੈ ਜੀ ਪ੍ਰੋਬਲਮ ਸੋਲਵਿੰਗ। ਆਪਾਂ ਬੱਚਿਆਂ ਦੀ ਪ੍ਰੋਬਲਮ ਸੋਲਵ ਕਰਕੇ ਅਸੀਂ ਜਿਹੜੇ ਨਤੀਜੇ ਵਧੀਆ ਲਿਆ ਸਕਦੇ ਹਾਂ। ਬੱਚਿਆਂ ਦੀ ਪ੍ਰੋਬਲਮ ਦੂਰ ਹੋਏਗੀ ਤਾਂ ਹੀ ਨਤੀਜੇ ਵਧੀਆ ਹੋਣਗੇ। ਅਕੋਰਡਿੰਗ ਟੂ ਰੋਬਰਟ ਸਟਿਨਬਰਗ, the 3 different type of required intelligence for creativity are। ਠੀਕ ਹੈ ਜੀ, ਸੋ ਜਿਹੜੇ ਦਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਡੀ ਆ। ਪਹਿਲਾ ਸਿੰਥੈਟਿਕ, ਠੀਕ ਹੈ ਜੀ, ਫਿਰ ਐਨਾਲਾਈਟਿਕ ਜਾਂ ਐਂਡ ਦੇ ਵਿੱਚ ਆਉਂਦਾ ਹੈ ਜੀ ਪ੍ਰੈਕਟੀਕਲ। ਠੀਕ ਹੈ ਜੀ, ਇਹਨੂੰ ਤੁਸੀਂ ਯਾਦ ਰੱਖ ਸਕਦੇ ਹਾਂ SAP ਦੇ ਨਾਲ। ਠੀਕ ਹੈ ਜੀ। The connection between stimulus and response is called। ਠੀਕ ਹੈ ਜੀ, the connection between stimulus and response is called receiving accepting paradigm ਜਾਂ stimulus response paradigm ਜਾਂ receiving accepting bond ਜਾਂ stimulus respond bond। response bond। ਸੋ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਡੀ। ਠੀਕ ਹੈ ਜੀ, stimulus response bond। ਲਾਸਟ ਕੁਐਸਚਨ ਹੈ ਜੀ ਅੱਜ ਦੀ ਵੀਡੀਓ ਦਾ ਜੀ। ਦਾ ਡੈਸ਼ ਦਾ stimulus response bond SR bond। The better person who has learned the lesson। ਉਤੇਜਕ ਪ੍ਰਤੀਕਰਮ ਬਾਂਡ, ਜੇ ਵਿਅਕਤੀ ਨੇ ਸਬਕ ਸਿੱਖ ਲਿਆ ਹੋਵੇ ਉਹ ਉਤਨਾ ਬਿਹਤਰ ਹੋਵੇਗਾ। ਸੋ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਕੀ ਹੈ ਜੀ ਸਟਰੋਂਗਰ। ਠੀਕ ਹੈ ਜੀ, ਸੋ ਉਮੀਦ ਹੈ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੇ ਹੋਵੋਗੇ। ਸੋ ਜੋ ਵੀ ਵੀਡੀਓ ਦੇ ਅਖੀਰ ਤੱਕ ਬਣੇ ਰਹੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ। ਸੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀਡੀਓਜ਼ ਮੈਂ ਲੈ ਕੇ ਆਵਾਂਗਾ। ਸੋ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਧੰਨਵਾਦ।